ਵਿਰਾਸਤ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ। ਮੈਂ ਰਮਨ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦਾ ਦਿਨ ਇਤਿਹਾਸ ਵਿੱਚ। ਸੋ ਦੋਸਤੋ, ਅੱਜ ਹੈ 29 ਅਕਤੂਬਰ। ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ 29 ਅਕਤੂਬਰ ਨਾਲ ਜੁੜੀਆਂ ਘਟਨਾਵਾਂ ਬਾਰੇ, ਜਿਨ੍ਹਾਂ ਦਾ ਸੰਬੰਧ ਪੰਜਾਬ ਸਿੱਖ ਤਵਾਰੀਖ ਤੇ ਦੇਸ਼ ਦੁਨੀਆ ਨਾਲ ਜੁੜਿਆ ਹੋਇਆ ਹੈ। ਸੋ ਸਭ ਤੋਂ ਪਹਿਲਾਂ ਜ਼ਿਕਰ ਹੈ ਸਾਲ 1933 ਨੂੰ ਪ੍ਰਤਾਪ ਸਿੰਘ ਸ਼ੰਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਸਾਲ 1982 ਚ ਜਲੰਧਰ ਚ ਗੁਰੂ ਨਾਨਕ ਪੁਰਬ ਦੇ ਜਲੂਸ ਉੱਤੇ ਬੰਬ ਸੁੱਟਿਆ ਗਿਆ। ਸਾਲ 1977 ਪੰਜਾਬ ਦੇ ਲੇਖਕ ਤੇ ਗੁਰਬਾਣੀ ਦੇ ਵਿਆਖਿਆਕਾਰ ਗੁਰੂ ਗ੍ਰੰਥ ਸਾਹਿਬ ਦੇ ਟੀਕਾਕਾਰ ਪ੍ਰੋਫੈਸਰ ਸਾਹਿਬ ਸਿੰਘ ਚੜ੍ਹਾਈ ਕਰ ਗਏ। ਜੇ ਗੱਲ ਕਰੀਏ ਪ੍ਰੋਫੈਸਰ ਸਾਹਿਬ ਸਿੰਘ ਦੀ, ਤਾਂ ਸਾਹਿਬ ਸਿੰਘ ਉੱਘੇ ਲੇਖਕ ਤੇ ਗੁਰਬਾਣੀ ਦੇ ਵਿਆਖਿਆਕਾਰ ਸਨ। ਹੁਣ ਗੱਲ ਕਰਦੇ ਹਾਂ ਉਹਨਾਂ ਦੇ ਜੀਵਨ ਬਾਰੇ। ਸਾਹਿਬ ਸਿੰਘ ਦਾ ਜਨਮ ਪਿੰਡ ਫਤਿਹਵਾਲ, ਜ਼ਿਲ੍ਹਾ ਸਿਆਲਕੋਟ, ਭਾਈ ਹੀਰਾ ਚੰਦ ਜੀ ਦੇ ਘਰ ਮਾਤਾ ਨਿਹਾਲ ਦੇਵੀ ਦੀ ਕੁੱਖੋਂ 16 ਫਰਵਰੀ 1892 ਨੂੰ ਹੋਇਆ। ਪਿੰਡ ਦੇ ਨੇੜੇ ਵਸੇ ਕਸਬਾ ਫਤਿਹਗੜ੍ਹ ਤੋਂ 8ਵੀਂ ਕੀਤੀ। ਇਸੇ ਦੌਰਾਨ ਅੰਮ੍ਰਿਤ ਛਕ ਕੇ ਨੱਥੂ ਰਾਮ ਤੋਂ ਸਾਹਿਬ ਸਿੰਘ ਬਣ ਗਿਆ। ਪਸਰੂਰ ਦੇ ਹਾਈ ਸਕੂਲ ਵਿੱਚ 9ਵੀਂ ਸ਼੍ਰੇਣੀ ਤੋਂ ਸੰਸਕ੍ਰਿਤ ਪੜ੍ਹਨੀ ਸ਼ੁਰੂ ਕੀਤੀ, ਪਰ 10ਵੀਂ ਤੋਂ ਅੱਗੇ ਉਹ ਨਹੀਂ ਪੜ੍ਹ ਸਕਿਆ। 15 ਸਾਲ ਦੀ ਉਮਰ ਵਿੱਚ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਮਗਰੋਂ ਕੁਝ ਚਿਰ ਅਧਿਆਪਕ ਲੱਗੇ ਰਹੇ ਤੇ ਫਿਰ ਡਾਕਖਾਨੇ ਵਿੱਚ ਕਲਰਕ ਰਹੇ, ਪਰ ਜਲਦ ਹੀ ਦੁਬਾਰਾ ਪੜ੍ਹਨ ਲੱਗ ਪਿਆ ਤੇ 1913 ਵਿੱਚ ਦਿਆਲ ਸਿੰਘ ਕਾਲਜ ਲਾਹੌਰ ਤੋਂ FA ਤੇ 1915 ਵਿੱਚ ਗਵਰਨਮੈਂਟ ਕਾਲਜ ਲਾਹੌਰ ਤੋਂ BA ਕੀਤੀ। ਜੇ ਗੱਲ ਕਰੀਏ ਉਹਨਾਂ ਦੇ ਅਧਿਆਪਨ ਬਾਰੇ, ਤਾਂ ਖਾਲਸਾ ਕਾਲਜ ਗੁਜਰਾਂਵਾਲਾ ਵਿੱਚ ਅਧਿਆਪਕ ਲੱਗ ਗਏ। ਥੋੜਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਰਹਿਣ ਤੋਂ ਬਾਅਦ ਉਹ 1929 ਵਿੱਚ ਆਪ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸਿੱਖ ਧਰਮ ਦੇ ਲੈਕਚਰਾਰ ਬਣੇ ਤੇ ਫਿਰ ਮਸ਼ੀਨਰੀ ਕਾਲਜ ਦੇ ਪ੍ਰਿੰਸੀਪਲ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਹਨਾਂ ਨੂੰ D.Litt ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਤੇ ਯੂਨੀਵਰਸਿਟੀ ਵਿੱਚ ਅਧਿਆਪਨ ਲਈ ਉਹਨਾਂ ਦੀਆਂ ਸੇਵਾਵਾਂ ਜੁਟਾ ਲਈਆਂ। ਸਿੱਖ ਮਿਸ਼ਨਰੀ ਲਹਿਰ ਦੇ ਇੱਕ ਤਰ੍ਹਾਂ ਨਾਲ ਮੋਢੀ, ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਨ ਵਾਲੇ, ਗੁਰਬਾਣੀ ਤੇ ਸਿੱਖ ਤਵਾਰੀਖ ਦੇ ਮਾਹਿਰ ਸਨ। 13 ਅਕਤੂਬਰ 1923 ਦੇ ਦਿਨ ਆਪ ਨੂੰ ਬਾਕੀ ਅਕਾਲੀਆਂ ਨਾਲ ਗ੍ਰਿਫਤਾਰ ਕਰ ਲਿਆ ਗਿਆ। ਆਪ ਜਨਵਰੀ 1926 ਵਿੱਚ ਰਿਹਾ ਹੋਏ। ਆਪਣੇ 30 ਦੇ ਕਰੀਬ ਕਿਤਾਬਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਟੀਕਾ, ਗੁਰਬਾਣੀ ਵਿਆਕਰਨ ਤੇ ਲੇਖਾਂ ਤੇ ਤਵਾਰੀਖ ਦੀਆਂ ਕਿਤਾਬਾਂ ਸ਼ਾਮਲ ਨੇ। ਸਿੱਖ ਧਰਮ, ਗੁਰਬਾਣੀ, ਟੀਕਾਕਾਰੀ ਤੇ ਗੁਰਬਾਣੀ ਵਿਆਕਰਨ ਉਹਨਾਂ ਦੇ ਕਾਰਜ ਖੇਤਰ ਦੇ ਮੁੱਖ ਵਿਸ਼ੇ ਰਹੇ ਨੇ। ਹੁਣ ਗੱਲ ਕਰਦੇ ਹਾਂ ਉਹਨਾਂ ਦੀਆਂ ਰਚਨਾਵਾਂ ਬਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਗੁਰਬਾਣੀ ਵਿਆਕਰਨ, ਧਾਰਮਿਕ ਲੇਖ, ਕੁਝ ਹੋਰ ਧਾਰਮਿਕ ਲੇਖ, ਗੁਰਮਤਿ ਪ੍ਰਕਾਸ਼, ਪੰਜਾਬੀ ਸੌਜ ਪ੍ਰਕਾਸ਼, ਬੁੱਲੇ ਸ਼ਾਹ, ਮੇਰੀ ਜੀਵਨ ਕਹਾਣੀ ਪ੍ਰਸਿੱਧ ਨੇ। ਅੱਗੇ ਜ਼ਿਕਰ ਹੈ ਸਾਲ 1912 ਦਾ। ਪੰਜਾਬ ਦੇ ਪੇਂਡੂ ਜੀਵਨ ਵਿੱਚ ਦਲਿਤ ਵਰਗ ਦੇ ਅਨੁਭਵਾਂ ਨੂੰ ਲੋਕ ਬੋਲੀ ਵਿੱਚ ਪੇਸ਼ ਕਰਨ ਵਾਲਾ ਕਵੀ ਗੁਰਦਾਸ ਰਾਮ ਆਲਮ ਦਾ ਜਨਮ ਹੋਇਆ। ਗੁਰਦਾਸ ਰਾਮ ਆਲਮ ਇੱਕ ਲੋਕ ਕਵੀ ਹੈ। ਉਸਨੇ ਪੇਂਡੂ ਜੀਵਨ ਵਿੱਚ ਦਲਿਤ ਵਰਗ ਦੇ ਅਨੁਭਵਾਂ ਨੂੰ ਲੋਕ ਬੋਲੀ ਵਿੱਚ ਪੇਸ਼ ਕੀਤਾ। ਜੇ ਗੱਲ ਕਰੀਏ ਉਹਨਾਂ ਦੀ ਜ਼ਿੰਦਗੀ ਬਾਰੇ, ਤਾਂ ਗੁਰਦਾਸ ਰਾਮ ਆਲਮ ਦਾ ਜਨਮ 29 ਅਕਤੂਬਰ 1912 ਨੂੰ ਪਿੰਡ ਬੁਢਾਲਾ, ਜ਼ਿਲ੍ਹਾ ਜਲੰਧਰ ਵਿੱਚ ਮਾਤਾ ਜਿਉਣੀ ਤੇ ਪਿਤਾ ਸ਼੍ਰੀ ਰਾਮ ਦੇ ਘਰ ਹੋਇਆ। ਉਸ ਨੂੰ ਰਸਮੀ ਪੜ੍ਹਾਈ ਦਾ ਮੌਕਾ ਨਾ ਮਿਲ ਸਕਿਆ, ਪਰ ਉਸ ਦੀ ਕੁਝ ਸਿੱਖਣ ਤੇ ਪੜ੍ਹਨ ਦੀ ਚਾਹਤ ਨੇ ਉਸ ਨੂੰ ਲਿਖਣ ਪੜ੍ਹਨ ਯੋਗ ਬਣਾ ਦਿੱਤਾ। ਗੁਰਦਾਸ ਰਾਮ ਆਲਮ ਸਮਾਜ ਦੇ ਲਿਤਾੜੇ ਹੋਏ ਤੇ ਲੁੱਟ-ਖਸੁੱਟ ਦਾ ਸ਼ਿਕਾਰ ਬਣੇ ਲੋਕਾਂ ਦਾ ਕਵੀ ਸੀ। ਉਸਨੇ ਆਪਣੇ ਵਰਗ ਦੇ ਲੋਕਾਂ ਵਿੱਚ ਮਰ ਚੁੱਕੇ ਆਤਮ ਸਨਮਾਨ ਨੂੰ ਜਿਉਂਦਾ ਕੀਤਾ ਤੇ ਹੱਕਾਂ ਪ੍ਰਤੀ ਜਾਗਰੂਕ ਕੀਤਾ। ਗੁਰਦਾਸ ਰਾਮ ਆਲਮ ਪ੍ਰੋਫੈਸਰ ਮੋਹਨ ਸਿੰਘ ਦਾ ਸਮਕਾਲੀ ਸੀ। ਪੰਜਾਬੀ ਕਵਿਤਾ ਵਿੱਚ ਉਸਨੇ ਪਹਿਲੀ ਵਾਰ ਪਿੰਡ ਦੇ ਕਿਰਤੀ ਕਾਮਿਆਂ, ਕਿਸਾਨਾਂ ਤੇ ਕੰਜਕਾਂ ਨੂੰ ਪੰਜਾਬੀ ਕਵਿਤਾ ਵਿੱਚ ਨਾਇਕ ਨਾਇਕਾਂ ਦੇ ਰੂਪ ਵਿੱਚ ਪੇਸ਼ ਕੀਤਾ ਸੀ। ਉਸ ਨੂੰ ਖੇਤਾਂ ਦਾ ਪੁੱਤ ਕਿਹਾ ਜਾਂਦਾ ਹੈ। ਛੇਤੀ ਹੀ ਲੋਕ ਉਹਨਾਂ ਨੂੰ ਸਿੰਧ ਬਲੋਚਿਸਤਾਨ ਦਾ ਸ਼੍ਰੋਮਣੀ ਕਵੀ ਕਹਿਣ ਲੱਗ ਪਏ। ਉਸਦੇ 3 ਮੁੱਖ ਸ਼ੌਂਕ ਸਨ: ਪੜ੍ਹਨਾ, ਲਿਖਣਾ ਤੇ ਤਾਸ਼ ਖੇਡਣਾ। 1935-36 ਵਿੱਚ ਉਸ ਨੇ ਕੋਇਟਾ ਨਾਂ ਦੀ ਸਾਹਿਤ ਸਭਾ ਬਣਾਈ ਤੇ ਜਿਸ ਦੇ 1945 ਤੱਕ ਉਹ ਪ੍ਰਧਾਨ ਰਹੇ। ਉਹ ਪੰਜਾਬੀ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਰਹੇ। ਫਿਰ ਵੀ ਉਸਨੇ ਆਪਣੇ ਸ਼ੌਂਕ ਸਦਕਾ ਆਪਣੇ ਦੋਸਤਾਂ ਕੋਲੋਂ ਹੀ ਚੰਗਾ ਸੋਹਣਾ ਪੜ੍ਹਨਾ ਲਿਖਣਾ ਸਿੱਖਿਆ। ਜੇ ਗੱਲ ਕਰੀਏ ਉਹਨਾਂ ਦੀਆਂ ਕਵਿਤਾਵਾਂ ਬਾਰੇ, ਤਾਂ ਆਜ਼ਾਦੀ ਨੀ ਆਜ਼ਾਦੀਏ, ਡੱਬ ਖੜੱਬੀਏ ਨੀ, ਲੰਬੜਾਂ ਦੀ ਕੰਧ ਟੱਪ ਕੇ
ਮਜ਼ਦੂਰ ਦਾ ਗੀਤ, ਕੀਤਾ ਹਿੰਦ ਦਾ ਤੇ ਗਿਲਾ ਨਹੀਂ ਮੈਂ, ਆਜ਼ਾਦੀ ਨੂੰ ਨੂਰਪੁਰੀ ਲਈ ਵਿਰਲਾਪ, ਭੀਮ ਰਾਓ ਅੰਬੇਡਕਰ, ਉਲਾਮਾ ਪ੍ਰਸਿੱਧ ਨੇ। ਹੁਣ ਜਾਣਦੇ ਹਾਂ ਭਾਰਤ ਬਾਰੇ। ਸਾਲ 1939 ਬੰਗਲਾ ਸਾਹਿਤ ਦਾ ਕਵੀ ਤੇ ਆਲੋਚਕ ਮੱਲਾ ਰਾਏ ਚੌਧਰੀ ਦਾ ਜਨਮ ਹੋਇਆ। ਸਾਲ 1985 ਓਲੰਪਿਕ ਖੇਡਾਂ 'ਚ ਕਾਂਸੀ ਦਾ ਤਗਮਾ ਜੇਤੂ ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਦਾ ਜਨਮ ਹੋਇਆ। ਵਿਜੇਂਦਰ ਸਿੰਘ ਵੈਨੀਵਾਲ 75 ਕਿਲੋਗ੍ਰਾਮ ਵਰਗ ਵਿੱਚ ਖੇਡਣ ਵਾਲਾ ਇੱਕ ਪੇਸ਼ੇਵਰ ਭਾਰਤੀ ਮੁੱਕੇਬਾਜ਼ ਹੈ। ਉਸਨੇ ਆਪਣੇ ਪਿੰਡ ਵਿੱਚ ਸਿੱਖਿਆ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਸਨੇ ਭਵਾਨੀ ਦੇ ਇੱਕ ਸਥਾਨਕ ਕਾਲਜ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ। ਉਸਨੇ ਭਵਾਨੀ ਮੁੱਕੇਬਾਜ਼ੀ ਕਲੱਬ ਵਿੱਚ ਮੁੱਕੇਬਾਜ਼ੀ ਦਾ ਅਭਿਆਸ ਕੀਤਾ, ਜਿੱਥੇ ਕੋਚ ਜਗਦੀਸ਼ ਸਿੰਘ ਨੇ ਆਪਣੀ ਪ੍ਰਤਿਭਾ ਨੂੰ ਮਾਨਤਾ ਦਿੱਤੀ ਤੇ ਉਹਨਾਂ ਨੂੰ ਮੁੱਕੇਬਾਜ਼ੀ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਹਨਾਂ ਨੂੰ ਭਾਰਤੀ ਬਾਕਸਿੰਗ ਕੋਚ ਜਗਦੀਸ਼ ਸਿੰਘ ਦੁਆਰਾ ਕੋਚ ਕੀਤਾ ਗਿਆ ਸੀ। 2004 ਏਥਨਸ ਗਰਮੀਆਂ ਦੇ ਓਲੰਪਿਕ ਤੇ 2006 ਕਾਮਨਵੈਲਥ ਗੇਮਸ 2006 ਦੋਹਾਂ ਵਿੱਚ ਏਸ਼ੀਅਨ ਖੇਡਾਂ ਵਿੱਚ ਉਸਨੇ ਕਜ਼ਾਕਿਸਤਾਨ ਦੇ ਵਖਤੀਜ਼ਾਰ ਆਰਟਜੇਵ ਦੇ ਖਿਲਾਫ ਸੈਮੀਫਾਈਨਲ ਮੁਕਾਬਲੇ ਵਿੱਚ ਹਾਰਨ ਤੋਂ ਬਾਅਦ 골ਡ ਮੈਡਲ ਜਿੱਤਿਆ ਸੀ। 2008 ਦੇ ਬੀਜਿੰਗ ਗਰਮੀਆਂ ਦੇ ਓਲੰਪਿਕ ਵਿੱਚ ਉਸਨੇ ਕੁਆਟਰ ਫਾਈਨਲ ਵਿੱਚ ਇਕਵਾਡੋਰ 9-4 ਦੇ ਕਾਰਲੋਸ ਗੋਗੋਰਾ ਨੂੰ ਹਰਾਇਆ, ਜਿਸਨੇ ਉਸਨੂੰ ਇੱਕ ਕਾਂਸੀ ਦਾ ਤਗਮਾ ਜਿੱਤਿਆ। ਇੱਕ ਭਾਰਤੀ ਬਾਕਸਰ ਲਈ ਪਹਿਲਾ ਓਲੰਪਿਕ ਤਗਮਾ ਸੀ। ਇਸ ਲਈ ਜਿੱਤ ਤੋਂ ਬਾਅਦ ਵਿਜੇਂਦਰ ਨੂੰ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ, ਭਾਰਤ ਦਾ ਸਭ ਤੋਂ ਵੱਡਾ ਖੇਡ ਸਨਮਾਨ ਤੇ ਪਦਮ ਸ਼੍ਰੀ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਸਮੇਤ ਕਈ ਪੁਰਸਕਾਰ ਦਿੱਤੇ ਗਏ। ਸਾਲ 2009 ਵਿੱਚ ਉਸਨੇ ਵਿਸ਼ਵ ਐਮਚਮੇਟ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ, ਜਿੱਥੇ ਉਸਨੇ ਕਾਂਸੀ ਦਾ ਤਗਮਾ ਜਿੱਤਿਆ। ਉਸੇ ਸਾਲ ਇੰਟਰਨੈਸ਼ਨਲ ਮੁੱਕੇਬਾਜ਼ੀ ਐਸੋਸੀਏਸ਼ਨ ਨੇ 2800 ਅੰਕ ਨਾਲ ਵਿਜੇਂਦਰ ਨੂੰ ਆਪਣੀ ਸਾਲਾਨਾ ਮਿਡਲ ਵੇਟ ਸ਼੍ਰੇਣੀ ਸੂਚੀ ਵਿੱਚ ਚੋਟੀ ਦੇ ਰੈਂਕ ਵਾਲੇ ਮੁੱਕੇਬਾਜ਼ ਦੇ ਰੂਪ ਵਿੱਚ ਐਲਾਨ ਕੀਤਾ। ਵਿਜੇਂਦਰ ਨੇ ਲੰਡਨ 2012 ਓਲੰਪਿਕ ਖੇਡਾਂ ਵਿੱਚ ਭਾਰਤ ਦੀ ਅਗਵਾਈ ਕੀਤੀ। 29 ਜੂਨ 2015 ਨੂੰ ਵਿਜੇਂਦਰ ਸਿੰਘ ਨੇ ਆਪਣੇ ਹੁਨਰਮੰਦ ਕਰੀਅਰ ਨੂੰ ਪੇਸ਼ੇਵਰ ਬਣਾ ਕੇ ਪੇਸ਼ ਕੀਤੀ ਸੀ, ਕਿਉਂਕਿ ਉਸਨੇ iOS ਸਪੋਰਟਸ ਐਂਡ ਮਨੋਰੰਜਨ ਦੁਆਰਾ ਕੁਏਨੇ ਬੇਰੀ ਪ੍ਰਚਾਰ ਦੇ ਨਾਲ ਬਹੁਤ ਸਾਲ ਦੇ ਸਮਝੌਤੇ ਦੇ ਸਾਈਨ ਕੀਤੇ ਸਨ। ਇਸਨੇ ਉਹਨਾਂ ਨੂੰ 2016 ਓਲੰਪਿਕਸ ਵਿੱਚੋਂ ਬਾਹਰ ਕਰ ਦਿੱਤਾ, ਕਿਉਂਕਿ ਉਹ ਹੁਣ ਇੱਕ ਸ਼ੋਅ ਦੇ ਤੌਰ ਤੇ ਯੋਗ ਨਹੀਂ ਰਿਹਾ। ਵਿਜੇਂਦਰ ਸਿੰਘ ਨੇ 17 ਮਈ 2011 ਨੂੰ ਅਰਚਨਾ ਸਿੰਘ ਨਾਲ ਵਿਆਹ ਕੀਤਾ। ਇਸ ਜੋੜੇ ਦੇ ਇੱਕ ਬੱਚਾ ਅਰਵੀਰ ਸਿੰਘ ਹੈ। ਅੱਗੇ ਜ਼ਿਕਰ ਹੈ 1270 ਦਾ। ਮਹਾਰਾਸ਼ਟਰ ਦਾ ਸੰਤ ਕਵੀ ਭਗਤ ਨਾਮਦੇਵ ਦਾ ਜਨਮ ਹੋਇਆ। ਹੁਣ ਗੱਲ ਕਰਦੇ ਹਾਂ ਭਗਤ ਨਾਮਦੇਵ ਦੇ ਜੀਵਨ ਬਾਰੇ। ਇਤਿਹਾਸਕ ਵਿਅਕਤੀ ਵਜੋਂ ਨਾਮਦੇਵ ਦੇ ਜੀਵਨ ਦੇ ਪ੍ਰਮਾਣਿਕ ਵੇਰਵੇ ਨਾਮ ਮਾਤਰ ਤੇ ਬਹੁਤ ਆਸ-ਪਾਸ ਨੇ, ਪਰ ਭਾਰਤ ਵਰਸ਼ ਦੇ ਬਹੁਤ ਵਿਆਪਕ ਖੇਤਰ ਵਿੱਚ ਅੱਜ ਤੱਕ ਲੋਕ ਯਾਦ ਰਾਹੀਂ ਸਨਮਾਨਯੋਗ ਸੰਤ ਦੀ ਹੋਂਦ ਤੋਂ ਕੋਈ ਮੁਨਕਰ ਨਹੀਂ। ਭਗਤ ਨਾਮਦੇਵ ਦਾ ਜਨਮ 1270 ਈਸਵੀ ਨੂੰ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਕ੍ਰਿਸ਼ਨਾ ਨਦੀ ਦੇ ਕੰਢੇ ਤੇ ਵਸੇ ਪਿੰਡ ਨਰਸੀ ਬਾਮਨੀ ਵਿੱਚ ਹੋਇਆ। ਭਾਰਤੀ ਵਰਨ ਵੰਡ ਵਿੱਚ ਆਪ ਜੀ ਜਾਤ ਸ਼ਿੰਬਾ ਅਛੂਤ ਪ੍ਰਵਾਨ ਕੀਤੀ ਜਾਂਦੀ ਸੀ। ਆਪ ਜੀ ਦੇ ਪਿਤਾ ਦਾ ਨਾਮ ਦਾਮਾ ਸੇਠੀ ਤੇ ਮਾਤਾ ਦਾ ਨਾਮ ਗੋਨਾਬਾਈ ਸੀ। ਉਹਨਾਂ ਦਾ ਪਰਿਵਾਰ ਭਗਵਾਨ ਬਿਠਲ ਦਾ ਪਰਮ ਭਗਤ ਸੀ। ਨਾਮਦੇਵ ਦਾ ਵਿਆਹ ਰਾਧਾਬਾਈ ਦੇ ਨਾਲ ਹੋਇਆ ਸੀ ਤੇ ਉਹਨਾਂ ਦੇ ਪੁੱਤਰ ਦਾ ਨਾਮ ਨਾਰਾਇਣ ਸੀ। ਸੰਤ ਨਾਮਦੇਵ ਨੇ ਵੀ ਸੋਭਾ ਖੇਚਰ ਨੂੰ ਗੁਰੂ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ। ਉਹ ਸੰਤ ਗਿਆਨੇਸ਼ਵਰ ਦੇ ਸਮਕਾਲੀ ਸਨ ਤੇ ਉਮਰ ਵਿੱਚ ਉਹਨਾਂ ਤੋਂ 5 ਸਾਲ ਵੱਡੇ ਸਨ। ਸੰਤ ਨਾਮਦੇਵ ਨੇ ਸੰਤ ਗਿਆਨੇਸ਼ਵਰ ਦੇ ਨਾਲ ਪੂਰੇ ਮਹਾਰਾਸ਼ਟਰ ਦਾ ਭ੍ਰਮਣ ਕੀਤਾ। ਭਗਤੀ ਗੀਤ ਰਚੇ ਤੇ ਜਨਤਾ ਜਨਾਰਦਨ ਨੂੰ ਸਮਤਾ ਤੇ ਪ੍ਰਭੂ ਭਗਤੀ ਦਾ ਪਾਠ ਪੜਾਇਆ। ਸੰਤ ਗਿਆਨੇਸ਼ਵਰ ਦੇ ਪਰਲੋਕ ਗਮਨ ਦੇ ਬਾਅਦ ਉਹਨਾਂ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ। ਉਹਨਾਂ ਨੇ ਮਰਾਠੀ ਦੇ ਨਾਲ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ। ਇਹਨਾਂ ਨੇ 18 ਸਾਲਾਂ ਤੱਕ ਪੰਜਾਬ ਵਿੱਚ ਭਗਵ ਨਾਮ ਦਾ ਪ੍ਰਚਾਰ ਕੀਤਾ। ਉਹਨਾਂ ਦੀਆਂ ਕੁਝ ਰਚਨਾਵਾਂ ਸਿੱਖਾਂ ਦੀ ਧਾਰਮਿਕ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀਆਂ ਨੇ। ਮੁਖਬਾਣੀ ਨਾਮਕ ਕਿਤਾਬ ਵਿੱਚ ਉਹਨਾਂ ਦੀਆਂ ਰਚਨਾਵਾਂ ਸੰਗ੍ਰਹਿਤ ਨੇ। ਅੱਜ ਵੀ ਉਹਨਾਂ ਦੇ ਰਚਿਤ ਗੀਤ ਪੂਰੇ ਮਹਾਰਾਸ਼ਟਰ ਵਿੱਚ ਭਗਤੀ ਤੇ ਪ੍ਰੇਮ ਦੇ ਨਾਲ ਗਾਏ ਜਾਂਦੇ ਨੇ। ਇੱਕ ਝਾਤ ਕੈਨੇਡਾ ਤੇ। ਸਾਲ 1929 ਨਿਊਯਾਰਕ ਦੇ ਸਟਾਕ ਮਾਰਕੀਟ ਕ੍ਰੈਸ਼, ਜਿਸ ਨੂੰ ਆਮ ਤੌਰ ਤੇ ਬਲੈਕ ਮੰਗਲਵਾਰ ਕਿਹਾ ਜਾਂਦਾ ਹੈ, ਮਹਾਨ ਉਦਾਸੀ ਦੀ ਸ਼ੁਰੂਆਤ ਕਰਦਾ ਹੈ। ਇੱਕ ਸਮਾਜਿਕ ਤੇ ਆਰਥਿਕ ਤਬਾਹੀ ਜਿਸ ਨੇ ਲੱਖਾਂ ਕੈਨੇਡੀਅਨਾਂ ਨੂੰ ਬੇਰੁਜ਼ਗਾਰ, ਭੁੱਖੇ ਤੇ ਅਕਸਰ ਬੇਘਰ ਕਰ ਦਿੱਤਾ।
1930s ਦੇ ਰੂਪ ਵਿੱਚ ਜਾਣੇ ਜਾਣ ਵਾਲੇ ਸਮੇਂ ਦੌਰਾਨ ਡਿਪਰੈਸ਼ਨ ਦਾ ਕੈਨੇਡਾ ਉਤੇ ਗੰਭੀਰ ਪ੍ਰਭਾਵ ਪਿਆ, ਜਦੋਂ ਵਿਆਪਕ ਨੌਕਰੀਆਂ ਦੇ ਨੁਕਸਾਨ ਨੇ ਸਮਾਜਿਕ ਭਲਾਈ ਤੇ ਕਈ ਤਰ੍ਹਾਂ ਦੀਆਂ ਲੋਕਪ੍ਰਿਯ ਸਿਆਸੀ ਲਹਿਰਾਂ ਨੂੰ ਜਨਮ ਦਿੱਤਾ। ਘੱਟ ਸਪਲਾਈ ਵਿੱਚ ਸਹਾਇਤਾ ਫੰਡਾਂ ਦੇ ਨਾਲ ਸਥਾਨਕ ਸਰਕਾਰਾਂ ਨੇ ਇਕੱਲੇ ਬੇਘਰੇ ਆਦਮੀਆਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਸ ਲਈ ਫੈਡਰਲ ਸਰਕਾਰ ਨੇ ਇਸ ਦੀ ਬਜਾਏ ਬੇਰੁਜ਼ਗਾਰੀ ਰਾਹਤ ਕੈਂਪ ਸਥਾਪਿਤ ਕੀਤੇ। ਕੈਨੇਡਾ ਦੇ ਪ੍ਰਸਿੱਧ ਓਪੇਰਾ ਗਾਇਕ ਜੌਨ ਵਿਕਸਨ ਦਾ ਜਨਮ ਵੀ ਇਸੇ ਹੀ ਦਿਨ 1926 ਨੂੰ ਹੋਇਆ ਸੀ ਤੇ ਹਾਕੀ ਆਫ ਹਾਲ ਫੇਮਰ ਡੈਨ ਸਪੋਰਟਵਿਨ ਵੀ ਇਸੇ ਹੀ ਦਿਨ 1953 ਨੂੰ ਜਨਮੇ ਸਨ ਤੇ ਸਾਲ 1987 ਚ ਫਿਗਰ ਸਕੇਟਰ ਜੈਸਿਕਾ ਦੁਬੇ ਦਾ ਜਨਮ ਹੋਇਆ ਸੀ। ਇੱਕ ਪੰਛੀ ਝਾਤ ਵਿਸ਼ਵ ਤੇ ਸਾਲ 539 ਈਸਾ ਪੂਰਵ ਮਹਾਨ ਸਾਇਰਸ ਬੇਬੀਲੋਨੀਆ ਦੀ ਰਾਜਧਾਨੀ 'ਚ ਦਾਖਲ ਹੋਇਆ ਤੇ ਯਹੂਦੀਆਂ ਨੂੰ ਉਹਨਾਂ ਦੀ ਜ਼ਮੀਨ ਤੇ ਵਾਪਸ ਆਉਣ ਦੀ ਆਗਿਆ ਦਿੱਤੀ। ਸਾਲ 969 ਈਸਵੀ 'ਚ ਅੱਜ ਦੇ ਦਿਨ ਰੋਮਨ ਸਾਮਰਾਜ ਦੇ ਬਿਜ਼ੰਤੀਨੀ ਗ੍ਰੀਕ ਸ਼ਹਿਰ ਅੰਤਕੀਜ਼ਾ ਸੀਰੀਆ ਤੇ ਕਬਜ਼ਾ ਕਰਦੇ ਨੇ। ਸਾਲ 1390 'ਚ ਫਰਾਂਸ ਦੀ ਰਾਜਧਾਨੀ ਪੈਰਿਸ 'ਚ ਪਹਿਲੀ ਵਾਰ ਜਾਦੂ ਦੇ ਮੁਕੱਦਮੇ ਦੌਰਾਨ 3 ਵਿਅਕਤੀਆਂ ਦੀ ਮੌਤ ਹੋਈ। ਅੱਗੇ ਜ਼ਿਕਰ ਹੈ 1591 ਦਾ ਪੋਪ ਇਨੋਸੈਂਟ 9 ਚੁਣਿਆ ਗਿਆ। ਸਾਲ 1665 'ਚ ਪੁਰਤਗਾਲੀ ਬਲਾਂ ਨੇ ਕੋਗੇ ਰਾਜ ਨੂੰ ਹਰਾਇਆ ਤੇ ਕੋਗੇ ਦੇ ਰਾਜਾ ਐਂਟੀਨੀਓ ਆਈ ਦਾ ਸਿਰ ਕਲਮ ਕਰ ਦਿੱਤਾ, ਜਿਸ ਨੂੰ ਨਵਿਤਾ ਨਨਕਾਗਾ ਵੀ ਕਿਹਾ ਜਾਂਦਾ ਹੈ। ਸਾਲ 1787 ਈਸਵੀ 'ਚ ਮੋਜ਼ੈਟ ਦੇ ਓਪੇਰਾ ਡੌਨ ਜਿਓਵਾਨੀ ਨੂੰ ਪ੍ਰਾਗ ਵਿੱਚ ਪਹਿਲਾ ਪ੍ਰਦਰਸ਼ਨ ਪ੍ਰਾਪਤ ਹੋਇਆ। ਸਾਲ 1863 ਰੈੱਡ ਕਰਾਸ ਕਾਇਮ ਕਰਕੇ ਇਸ ਦੀ ਕੌਮਾਂਤਰੀ ਕਮੇਟੀ ਕਾਇਮ ਕੀਤੀ ਗਈ। ਅੱਗੇ ਜ਼ਿਕਰ ਹੈ 1914 ਦਾ ਆਟੋਮਨ ਸਾਮਰਾਜ ਪਹਿਲੇ ਵਿਸ਼ਵ ਯੁੱਧ 'ਚ ਸ਼ਾਮਲ ਹੋਇਆ। ਸਾਲ 1918 'ਚ 29 ਤੇ 30 ਦੀ ਰਾਤ ਨੂੰ ਜਦੋਂ ਸਮੁੰਦਰੀ ਫੌਜ ਨੇ ਬਗਾਵਤ ਕੀਤੀ ਤਾਂ ਜਰਮਨ ਹੋਈ ਸੀਜ਼ ਫਲੀਟ ਅਸਮਰਥ ਸੀ, ਜੋ ਕਿ ਇੱਕ ਕਾਰਵਾਈ ਵੀ ਸੀ ਜਿਸ ਨਾਲ ਲੱਗਦਾ ਸੀ ਕਿ ਇਹ ਜੋ 1918-19 ਦੇ ਜਰਮਨ ਕ੍ਰਾਂਤੀ ਦੀ ਸ਼ੁਰੂਆਤ ਕਰ ਦੇਵੇਗਾ। ਸਾਲ 1923 ਆਟੋਮਨ ਸਾਮਰਾਜ ਦੇ ਖਾਤਮੇ ਮਗਰੋਂ ਟਰਕੀ ਇੱਕ ਦੇਸ਼ ਵਜੋਂ ਕਾਇਮ ਹੋਇਆ। ਮੁਸਤਫਾ ਕਮਾਲ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਿਆ। ਅੱਗੇ ਜ਼ਿਕਰ ਹੈ 1929 ਦਾ ਅਮਰੀਕਾ ਦੀ ਵਾਲ ਸਟਰੀਟ ਦੀ ਸਟਾਕ ਮਾਰਕੀਟ ਡੁੱਬ ਜਾਣ ਕਾਰਨ ਦੇਸ਼ ਦਾ ਉਦੋਂ ਤੱਕ ਦਾ ਸਭ ਤੋਂ ਵੱਧ ਖਤਰਨਾਕ ਮਾਲੀ ਸੰਕਟ ਸ਼ੁਰੂ ਹੋਇਆ। ਸਾਲ 1942 ਚ ਨਿਆਜ਼ੀਆਂ ਵੱਲੋਂ ਬੇਲਾਰੂਸ ਵਿੱਚ 16,000 ਯਹੂਦੀਆਂ ਦਾ ਕਤਲ ਹੋਇਆ। ਸਾਲ 1944 ਈਸਵੀ ਚ ਸੋਵੀਅਤ ਲਾਲ ਫੌਜ ਹੰਗਰੀ ਵਿੱਚ ਦਾਖਲ ਹੋਈ। ਅੱਗੇ ਜ਼ਿਕਰ ਹੈ 1945 ਦਾ ਦੁਨੀਆ ਦਾ ਪਹਿਲਾ ਬਾਲ ਪੈਨ ਨਿਊਯਾਰਕ ਦੇ ਗਿੰਬੈਲ ਸਟੋਰ ਵਿੱਚ $12.5 ਵਿੱਚ ਵੇਚਿਆ ਗਿਆ। ਸਾਲ 1953 ਚ ਸਾਨ ਫਰਾਂਸਿਸਕੋ ਦੀ ਨੇੜਲੀ ਜ਼ਮੀਨ ਤੇ BCPA ਫਲਾਈਟ 304 DC-6 ਕ੍ਰੈਸ਼ ਹੋ ਗਿਆ। ਅੱਗੇ ਜ਼ਿਕਰ ਹੈ 1961 ਦਾ ਸੀਰੀਆ ਸੰਯੁਕਤ ਅਰਬ ਗਣਰਾਜ ਤੋਂ ਬਾਹਰ ਨਿਕਲ ਗਿਆ। ਸਾਲ 1964 ਚ ਟੈਂਗਨਿਕਾ ਤੇ ਜ਼ਾਜ਼ੀਬਾਰ ਦੇ ਸੰਯੁਕਤ ਗਣਰਾਜ ਦਾ ਨਾਂ ਸੰਯੁਕਤ ਰਾਜ ਤੰਜ਼ਾਨੀਆ ਰੱਖਿਆ ਗਿਆ। ਸਾਲ 1967 ਚ ਮੌਂਟਰੀਅਲ ਦਾ ਐਕਸਪੋ 67 ਵਿਸ਼ਵ ਮੇਲਾ 50 ਮਿਲੀਅਨ ਤੋਂ ਵੱਧ ਦਰਸ਼ਕਾਂ ਦੇ ਨਾਲ ਬੰਦ ਹੋਇਆ। ਅੱਗੇ ਵਧਦੇ 1969 ਵੱਲ ਪਹਿਲੀ ਵਾਰ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੱਕ ਲਿੰਕ ARPANET ਰਾਹੀਂ ਸਥਾਪਿਤ ਕੀਤਾ ਗਿਆ, ਜੋ ਬਾਅਦ ਚ ਇੰਟਰਨੈਟ ਦੇ ਨਾਮ ਨਾਲ ਹੁਣ ਤੱਕ ਜਾਣਿਆ ਜਾਂਦਾ ਹੈ। ਸਾਲ 1972 ਫਲਸਤੀਨੀ ਗੁਰਿਲਿਆਂ ਨੇ ਇੱਕ 에ਅਰਪੋਰਟ ਦੇ ਮੁਲਾਜ਼ਮ ਨੂੰ ਕਤਲ ਕਰਕੇ ਇੱਕ ਜਹਾਜ਼ ਅਗਵਾ ਕੀਤਾ ਤੇ ਕਿਊਬਾ ਲੈ ਗਏ। ਸੋ ਇਹ ਸਨ ਅੱਜ 29 ਅਕਤੂਬਰ ਨਾਲ ਸੰਬੰਧਿਤ ਪੰਜਾਬ ਸਿੱਖ ਤਵਾਰੀਖ ਤੇ ਦੇਸ਼ ਦੁਨੀਆ ਨਾਲ ਜੁੜੀਆਂ ਘਟਨਾਵਾਂ, ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ। ਮਿਲਦੇ ਹਾਂ 30 ਅਕਤੂਬਰ ਦੇ ਇਤਿਹਾਸ ਨਾਲ। ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।